Morning everybody. My name is Rajni Dhiman and I am lecturer in biology in Residential School for Meritorious Students Patiala. Today I am here to represent my topic Human Genome Project. So these are the content which are included in the topic. First of all, we have to discuss the definition, means what is Human Genome Project, its salient features, goals, methodologies, issue related to the topic, applications and its future challenge. First of all, what is Human Genome Project? It was an international research effort to determine the sequence of the human genome and identify the genes that it contains. Means ਇਹ ਇੱਕ ਇੰਟਰਨੈਸ਼ਨਲ ਰਿਸਰਚ ਪ੍ਰੋਗਰਾਮ ਹੈ ਜਿਹਦੇ ਵਿੱਚ ਆਪਾਂ ਨੇ ਹਿਊਮਨ ਜੀਨੋਮ ਦੇ ਵਿੱਚ ਜੋ ਜੀਨਸ ਦਾ ਸੀਕੁਐਂਸ ਹੈ, ਸਾਰੀਆਂ ਜੀਨਸ ਨੂੰ ਆਇਡੈਂਟੀਫਾਈ ਕਰਨਾ ਹੈ, ਉਹਨਾਂ ਦਾ ਕਿਹੜਾ ਕਿਹੜਾ ਸੀਕੁਐਂਸ ਹੈ, ਉਹ ਸਾਰਾ ਕੁਝ ਆਪਾਂ ਨੇ ਦੇਖਣਾ ਸੀਗਾ। ਦ US ਹਿਊਮਨ ਜੀਨੋਮ ਪ੍ਰੋਜੈਕਟ ਇਜ਼ ਅ 13-year ਐਫਰਟ। ਇਸ ਪ੍ਰੋਜੈਕਟ ਨੂੰ 13 ਸਾਲ ਲੱਗੇ। ਇਹ 13 ਸਾਲ ਦਾ ਇੱਕ ਲੰਬਾ ਪ੍ਰੋਜੈਕਟ ਚੱਲਿਆ ਜਿਹਨੂੰ ਕੋਆਰਡੀਨੇਟ ਕੀਤਾ ਡਿਪਾਰਟਮੈਂਟ ਆਫ ਐਨਰਜੀ ਐਂਡ ਨੈਸ਼ਨਲ ਇੰਸਟੀਟਿਊਟਸ ਆਫ ਹੈਲਥ ਨੇ। ਦੋਨੋਂ ਹੀ US ਦੇ ਵਿੱਚ ਨੇ। ਲੇਟਰ ਔਨ ਹੋਰ ਕੰਟਰੀਜ਼ ਲਾਈਕ ਫਰਾਂਸ, ਚਾਈਨਾ, ਰਸ਼ੀਆ ਇਸ ਪ੍ਰੋਜੈਕਟ ਦੇ ਨਾਲ ਕੋਲੈਬੋਰੇਟ ਹੋ ਗਏ। ਹਾਂਜੀ, ਇਸ ਦੇ ਗੋਲ ਕੀ ਸੀਗੇ? ਗੋਲ ਆਫ ਹਿਊਮਨ ਜੀਨੋਮ ਪ੍ਰੋਜੈਕਟ ਆਇਡੈਂਟੀਫਾਈ ਆਲ ਦ ਜੀਨਸ ਇਨ ਹਿਊਮਨ DNA। ਜਿੰਨੀਆਂ ਵੀ ਹਿਊਮਨ DNA ਦੇ ਵਿੱਚ ਜੀਨਸ ਨੇ, ਜੀਨਸ ਕੀ ਨੇ? ਸੈਗਮੈਂਟ ਆਫ DNA। ਉਹ ਸਾਰੀਆਂ ਜੀਨਸ ਨੂੰ ਆਪਾਂ ਨੇ ਆਇਡੈਂਟੀਫਾਈ ਕਰਨਾ ਹੈ। ਉਹਨਾਂ ਦੇ ਆਪਾਂ ਨੇ ਸੀਕੁਐਂਸਿਸ ਦੇਖਣੇ ਨੇ। ਸੀਕੁਐਂਸਿਸ ਕਿਸ ਫਾਰਮ 'ਚ ਹੋਣਗੇ? ਨੰਬਰ ਆਫ ਸੀਕੁਐਂਸਿਸ ਆਰ 3 ਬਿਲੀਅਨ ਕੈਮੀਕਲ ਬੇਸ ਪੇਅਰਸ। ਇੰਨੇ ਬੇਸ ਪੇਅਰਸ ਨੂੰ ਆਪਾਂ ਨੇ ਸੀਕੁਐਂਸ ਦੇ ਵਿੱਚ ਅਰੇਂਜ ਕਰਨਾ ਹੈ। ਉਹ ਸਾਰੀ ਇਨਫੋਰਮੇਸ਼ਨ ਨੂੰ ਆਪਾਂ ਨੇ ਕੰਪਿਊਟਰਸ ਦੇ ਵਿੱਚ, ਯਾਨੀ ਕਿ ਡਾਟਾਬੇਸਿਸ ਦੀ ਫਾਰਮ ਦੇ ਵਿੱਚ ਸਟੋਰ ਕਰਨਾ ਹੈ। ਦੈਨ ਆਪਣੇ ਕੋਲ ਜੋ ਵੀ ਕੰਪਿਊਟਰ ਦੇ ਵਿੱਚ ਟੂਲਸ ਨੇ ਉਹਨਾਂ ਨੂੰ ਇੰਪਰੂਵ ਕਰਨਾ ਹੈ ਤਾਂ ਕਿ ਆਪਾਂ ਉਹਨੂੰ ਬਹੁਤ ਹੀ ਵਧੀਆ ਤਰੀਕੇ ਨਾਲ, ਇੱਕ ਢੰਗ ਦੇ ਨਾਲ ਉਹਨਾਂ ਨੂੰ ਸੀਕੁਐਂਸਿੰਗ ਨੂੰ ਕਰ ਸਕੀਏ। ਫਿਰ ਉਸ ਸਾਰੀ ਟੈਕਨੋਲੋਜੀ ਨੂੰ ਆਪਣੇ ਪ੍ਰਾਈਵੇਟ ਸੈਕਟਰ, ਇੰਡਸਟਰੀਜ਼, ਫਾਰਮੇਸੀ, ਐਜੂਕੇਸ਼ਨ, ਰਿਸਰਚ, ਸਾਰੀਆਂ ਸੈਕਟਰਸ ਦੇ ਵਿੱਚ ਉਹਨੂੰ ਯੂਜ਼ ਕਰਨਾ ਟੈਕਨੋਲੋਜੀ ਨੂੰ। ਐਂਡ ਆਲਸੋ ਵੀ ਹੈਵ ਟੂ ਐਡਰੈਸ ਦ ਐਥੀਕਲ, ਲੀਗਲ ਐਂਡ ਸੋਸ਼ਲ ਇਸ਼ੂਜ਼। ਉਸ ਪ੍ਰੋਜੈਕਟ ਨਾਲ ਕੋਈ ਵੀ ਇੱਦਾਂ ਦਾ ਇਸ਼ੂ ਅਗਰ ਕੋਈ ਜੁੜਦਾ ਆ ਕੇ ਜਾਂ ਜੁੜੇ ਹੋਏ ਨੇ ਜਾਂ ਉਹਨਾਂ ਨੂੰ ਸੌਰਟ ਆਊਟ ਕਿਵੇਂ ਕਰਨਾ, ਆਪਾਂ ਨੇ ਸੋਲਵ ਕਿਵੇਂ ਕਰਨਾ ਹੈ, ਇਹ ਵੀ ਆਪਾਂ ਨੇ ਦੇਖਣਾ ਹੈ। ਇਹ ਸਾਰੇ ਇਸ ਦੇ ਗੋਲਸ ਨੇ। ਹਾਂਜੀ, ਦੀਜ਼ ਆਰ ਸਮ ਆਫ ਦ ਇੰਪੋਰਟੈਂਟ ਈਅਰਸ ਜਿਹੜੇ ਆਪਾਂ 13 ਸਾਲ ਕਹੇ ਨੇ, ਵੀ 13 ਸਾਲ ਲੱਗੇ ਨੇ ਇਸ ਪ੍ਰੋਜੈਕਟ ਨੂੰ। ਤਾਂ ਉਹਨਾਂ ਦੇ ਵਿੱਚੋਂ ਕੁਝ ਇਹ ਇੰਪੋਰਟੈਂਟ ਸਾਲ ਨੇ ਜਿਨ੍ਹਾਂ ਦੇ ਬਹੁਤ ਇੰਪੋਰਟੈਂਸ ਹੈ ਇਸ ਪ੍ਰੋਜੈਕਟ ਦੇ ਵਿੱਚ। ਜਿਵੇਂ ਕਿ 1986 ਇਸ ਪ੍ਰੋਜੈਕਟ ਦਾ ਬਰਥ ਹੋਇਆ। 1990 ਦੇ ਵਿੱਚ ਇਸ ਪ੍ਰੋਜੈਕਟ ਦੇ ਨਾਲ ਡਿਪਾਰਟਮੈਂਟ ਆਫ ਐਨਰਜੀ ਐਂਡ ਨੈਸ਼ਨਲ ਹੈਲਥ ਆਫ ਇੰਸਟੀਟਿਊਟ ਆ ਕੇ ਲੱਗ ਗਏ। ਉਸ ਤੋਂ ਬਾਅਦ 1994, 1996, 1998 ਕਿਸੇ ਨਾ ਕਿਸੇ ਪ੍ਰੋਜੈਕਟ ਨੇ ਇਹਨੂੰ ਜੁਆਇਨ ਕੀਤਾ, ਕੰਟਰੀਬਿਊਟ ਕੀਤਾ ਇਹਦੇ ਵਿੱਚ। 1999 ਦੇ ਵਿੱਚ 22 ਕ੍ਰੋਮੋਜ਼ੋਮਸ, ਯਾਨੀ ਕਿ ਸਾਰੇ ਹੀ ਆਟੋਜ਼ੋਮ, ਸੋਮੈਟਿਕ ਜਿਹੜੇ ਆਪਣੇ ਕ੍ਰੋਮੋਜ਼ੋਮਸ ਹੁੰਦੇ ਨੇ, ਉਹਨਾਂ ਦੀ ਸੀਕੁਐਂਸਿੰਗ ਡਨ ਹੋ ਚੁੱਕੀ ਸੀਗੀ। 2000 ਦੇ ਵਿੱਚ ਪੂਰਾ ਐਂਟਾਇਰ ਹਿਊਮਨ ਜੀਨੋਮ, ਪੂਰੇ 1 ਸਾਲ ਬਾਅਦ ਸਾਰਾ ਦਾ ਸਾਰਾ ਹਿਊਮਨ ਜੀਨੋਮ ਉਹਨੂੰ ਉਹਨਾਂ ਨੇ ਡਰਾਫਟ ਕਰ ਲਿੱਤਾ। 2001 ਦੇ ਵਿੱਚ ਪਬਲਿਸ਼ ਕੀਤਾ ਐਂਡ 2003 ਦੇ ਵਿੱਚ ਇਹ ਪ੍ਰੋਜੈਕਟ ਕੰਪਲੀਟ ਹੋਇਆ। ਸੋ ਦਿਸ ਇਜ਼ ਦ ਜੀਨ ਸੀਕੁਐਂਸਿੰਗ। ਇਹ ਸਾਰੇ ਤੁਹਾਨੂੰ 23 ਕ੍ਰੋਮੋਜ਼ੋਮਸ ਯਾਨੀ ਕਿ ਇੱਕ ਪੂਰਾ ਜੀਨੋਮ ਦਿਖਾਇਆ ਗਿਆ ਹੈ। ਡੈਟ ਵਾਜ਼ ਕੰਪਲੀਟਿਡ ਔਨ 2 ਨਵੰਬਰ 2001। ਸਾਰੇ ਸੀਕੁਐਂਸ ਦੇ ਅਕੋਰਡਿੰਗ ਲਗਾਏ ਹੋਏ ਨੇ ਕ੍ਰੋਮੋਜ਼ੋਮਸ 1 ਤੋਂ ਲੈ ਕੇ 23 ਤੱਕ। ਦੀਜ਼ ਆਰ ਦ ਕ੍ਰੋਮੋਜ਼ੋਮਸ ਆਫ ਅ ਮੇਲ, ਕਿਉਂਕਿ ਫੀਮੇਲ ਦੇ ਵਿੱਚ ਤਾਂ ਦੋਨੋਂ ਹੀ XX ਹੁੰਦੇ ਨੇ ਐਂਡ ਮੇਲ ਦੇ ਵਿੱਚ XY ਹੁੰਦੇ ਨੇ। ਤਾਂ ਪੂਰੀ ਡਿਫਰੈਂਸੀਏਸ਼ਨ ਦੇ ਨਾਲ ਸਾਰੇ ਦਿਖਾਏ ਗਏ ਨੇ 1 ਤੋਂ ਲੈ ਕੇ 23 ਔਨਵਰਡਸ। ਮੈਥਡੋਲੋਜੀ, ਇਹ ਕੀਤਾ ਕਿਵੇਂ ਸੀਗਾ? ਉਹਨਾਂ ਕੰਪਨੀਜ਼ ਨੇ ਇਹ ਪ੍ਰੋਜੈਕਟ ਨੂੰ ਕਿਵੇਂ ਸਿਰੇ ਚੜ੍ਹਾਇਆ? ਕਿਆ ਉਹਨਾਂ ਦੇ ਮੈਥਡਸ ਰਹੇ ਸੀ? ਕਿਆ ਉਹਨਾਂ ਦੀਆਂ ਐਪਰੋਚਿਸ ਰਹੀਆਂ ਸੀਗੀਆਂ? ਦੇ ਹੈਵ ਅਡੋਪਟਿਡ 2 ਮੇਜਰ ਐਪਰੋਚਿਸ। ਨੰਬਰ 1 ਇਜ਼ ਐਕਸਪ੍ਰੈਸਡ ਸੀਕੁਐਂਸ ਟੈਗਸ, ESTs। ਇਹਦਾ ਮਤਲਬ ਕੀ ਹੈ? ਉਹਨਾਂ ਨੇ ਉਹ ਵਾਲੀਆਂ ਸਾਰੀਆਂ ਜੀਨਸ ਨੂੰ ਆਇਡੈਂਟੀਫਾਈ ਕੀਤਾ ਜਿਹੜੀਆਂ RNA ਵਿੱਚ ਐਕਸਪ੍ਰੈਸ ਕਰਦੀਆਂ ਨੇ, ਮਤਲਬ ਜਿਹੜੀਆਂ ਕਿ RNA ਨੂੰ ਬਣਾਉਂਦੀਆਂ ਨੇ।
मतलब वो सीक्वेंसिस ट्रांसक्रिप्शनल यूनिट्स विच एक्सप्रैस इनटू RNA। दैन सीक्वेंस एनोटेशन, दिस इज़ ब्लाइंड अप्रोच। ਇਹਦੇ ਵਿੱਚ ਇੱਕ ਤਰ੍ਹਾਂ ਦਾ ਤੁੱਕਾ ਹੀ ਸੀਗਾ ਕਿਉਂਕਿ ਉਹਨਾਂ ਨੇ ਸਾਰੇ ਹੀ ਜੀਨੋਮ ਨੂੰ ਸੀਕੁਐਂਸ ਕੀਤਾ, ਕੋਡਿੰਗ ਵੀ ਨੋਨ ਕੋਡਿੰਗ ਵੀ। ਆਪਾਂ ਨੂੰ ਪਤਾ ਕਿ ਸਾਰੀਆਂ ਦੀਆਂ ਸਾਰੀਆਂ ਜੀਨਸ ਜਿਹੜੀਆਂ ਨੇ ਉਹ ਐਕਸਪ੍ਰੈਸ ਨਹੀਂ ਕਰਦੀਆਂ, ਰਾਈਟ, ਬਟ ਉਹਨਾਂ ਨੇ ਕੋਡਿੰਗ ਅਤੇ ਨੋਨ ਕੋਡਿੰਗ ਸਾਰੀਆਂ ਹੀ ਜੀਨਸ ਨੂੰ, ਸਾਰੇ ਹੀ ਪੂਰੇ ਜੀਨੋਮ ਨੂੰ ਸੀਕੁਐਂਸ ਕਰਨ ਦੀ ਕੋਸ਼ਿਸ਼ ਕੀਤੀ। ਮਤਲਬ ਇਹ ਦੋ ਮੈਥਡ ਨੇ ਜਿਹਦੇ ਰਾਹੀਂ ਆਪਾਂ ਕਰ ਸਕਦੇ ਹਾਂ। ਹਿਊਮਨ ਜੀਨੋਮ ਪ੍ਰੋਜੈਕਟ ਨੂੰ ਉਹਨਾਂ ਨੇ ਬਣਾਇਆ ਸੀਗਾ। ਐਨੋਟੇਸ਼ਨ ਕਿਆ ਹੁੰਦਾ ਹੈ? ਇਟ ਇਜ਼ ਦ ਕਮੈਂਟ ਐਡਿਡ ਟੂ ਅ ਟੈਕਸਟ ਔਰ ਡਾਇਆਗ੍ਰਾਮ। ਜਦੋਂ ਆਪਾਂ ਕੋਈ ਡਾਇਆਗ੍ਰਾਮ ਦੇ ਉੱਪਰ ਕੋਈ ਕਮੈਂਟ ਕਰਦੇ ਹਾਂ, ਸੀਕੁਐਂਸ ਐਨੋਟੇਸ਼ਨ ਮਤਲਬ ਇੱਕ ਸੀਕੁਐਂਸ ਤਿਆਰ ਕੀਤਾ ਔਰ ਉਸਨੂੰ ਕਮੈਂਟ ਦਿੱਤਾ, ਕੋਈ ਉਸਨੂੰ ਨਾਮ ਦਿੱਤਾ, ਯੂ ਕੈਨ ਸੇ, ਕੋਈ ਉਹਦੇ ਉੱਪਰ ਪਰਟੀਕੂਲਰ ਟਿੱਪਣੀ ਕੀਤੀ, ਰਾਈਟ, ਤਾਂ ਉਹਨੂੰ ਆਪਾਂ ਕਹਿੰਦੇ ਹਾਂ ਸੀਕੁਐਂਸ ਐਨੋਟੇਸ਼ਨ। DNA ਸੀਕੁਐਂਸਿੰਗ ਇਨਵੋਲਵਸ, ਸਭ ਤੋਂ ਪਹਿਲਾਂ DNA ਨੂੰ ਆਈਸੋਲੇਟ ਕੀਤਾ ਸੈੱਲ ਦੇ ਵਿੱਚੋਂ, ਫਿਰ ਉਹਨੂੰ ਛੋਟੇ ਛੋਟੇ ਫਰੈਗਮੈਂਟਸ ਦੇ ਵਿੱਚ ਕਨਵਰਟ ਕੀਤਾ ਗਿਆ, ਫਿਰ ਉਸ ਫਰੈਗਮੈਂਟਸ ਦੀ ਕਲੋਨਿੰਗ ਕਰਕੇ ਉਹਨਾਂ ਨੂੰ ਬੈਕਟੀਰੀਆ ਜਾਂ ਇੱਕ ਯੀਸਟ, ਦੋਨਾਂ ਵਿੱਚੋਂ ਕੋਈ ਵੀ ਇੱਕ ਵੈਕਟਰ ਨੂੰ ਯੂਜ਼ ਕਰਕੇ ਆਪਾਂ ਨੇ DNA ਫਰੈਗਮੈਂਟਸ ਨੂੰ ਸੀਕੁਐਂਸਿੰਗ ਕਰਨ ਦੇ ਵਿੱਚ ਹੈਲਪ ਕੀਤੀ। then fragments are sequenced using automated DNA sequencer। automated DNA sequences ਕਿਹੜੇ ਹੁੰਦੇ ਨੇ? these are the scientific instruments used to automate DNA sequencing process। ਇਹ ਆਪਣੇ ਕੋਲ ਆਲਰੇਡੀ ਤਿਆਰ ਕੀਤੇ ਹੋਏ DNA ਸੀਕੁਐਂਸਿਸ ਨੇ, ਆਪਾਂ ਨੇ ਆਪਣੇ ਫਰੈਗਮੈਂਟਸ ਨੂੰ ਉਹਨਾਂ ਦੇ ਨਾਲ ਕੰਪਲੀਮੈਂਟਰੀ ਅਟੈਚ ਕਰਵਾਇਆ ਬਾਈ ਯੂਜ਼ਿੰਗ ਦ ਪ੍ਰਿੰਸੀਪਲ ਆਫ ਫਰੈਡਰਿਕ ਸੈਂਗਰਸ ਸੀਕੁਐਂਸਰ ਮੈਥਡ। ਉਸ ਤੋਂ ਬਾਅਦ ਆਪਾਂ ਨੇ ਸਾਰੀ ਇਨਫੋਰਮੇਸ਼ਨ ਨੂੰ ਕੰਪਿਊਟਰ ਬੇਸਡ ਪ੍ਰੋਗਰਾਮਸ ਦੇ ਉੱਪਰ ਅਰੇਂਜ ਕੀਤਾ, ਉਹਨਾਂ ਨੂੰ ਜੋੜਿਆ ਸਾਰੇ ਸੀਕੁਐਂਸਿਸ ਨੂੰ, ਰਾਈਟ, ਔਰ ਉਸ ਤੋਂ ਬਾਅਦ ਐਂਡ ਦੇ ਵਿੱਚ ਜਾ ਕੇ ਆਪਣੇ ਕੋਲ ਸੀਕੁਐਂਸਿਸ ਹਰ ਇੱਕ ਕ੍ਰੋਮੋਜ਼ੋਮ ਦੇ ਅਕੋਰਡਿੰਗ ਰੈਡੀ ਹੋ ਗਏ। ਦਿਸ ਇਜ਼ ਦ ਜੈਨੇਟਿਕ ਮੈਪ। ਆਪਾਂ ਨੂੰ ਇੱਥੋਂ ਪਤਾ ਲੱਗਦਾ ਕ੍ਰੋਮੋਜ਼ੋਮ 1 ਜਿਹੜਾ ਕਿ ਇੱਕ ਲਾਰਜੈਸਟ ਕ੍ਰੋਮੋਜ਼ੋਮ ਹੈ, ਇਹਦੇ ਵਿੱਚ ਸਭ ਤੋਂ ਵੱਧ ਜੀਨਸ ਹੁੰਦੀਆਂ ਨੇ, ਉਹ ਆਪਾਂ ਅੱਗੇ ਜਾ ਕੇ ਦੇਖਦੇ ਹਾਂ ਕਿੰਨੀਆਂ ਹੋਣਗੀਆਂ। ਔਰ ਇਸ ਕ੍ਰੋਮੋਜ਼ੋਮ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿੰਨੀਆਂ ਜ਼ਿਆਦਾ ਜੀਨਸ ਜਿਹੜੀਆਂ ਹੈਗੀਆਂ ਨੇ ਉਹ ਦਿਖਾਈ ਦੇ ਰਹੀਆਂ ਨੇ, ਕਿੰਨੇ ਸੀਕੁਐਂਸਿਸ ਮੀਨਸ ਦਿਖਾਈ ਦੇ ਰਹੇ ਨੇ, ਜੀਨਸ ਤਾਂ ਆਪਾਂ ਨੂੰ ਨਹੀਂ ਦਿਖਣਗੀਆਂ, ਮੀਨਸ ਕਿੰਨੇ ਜ਼ਿਆਦਾ ਆਪਾਂ ਨੂੰ ਇਹਦੇ ਵਿੱਚ ਸੀਕੁਐਂਸਿਸ ਦਿਖਾਈ ਦਿੰਦੇ ਪਏ ਨੇ। ਦੈਨ ਸੇਲੀਐਂਟ ਫੀਚਰਸ, ਹਿਊਮਨ ਜੀਨੋਮ ਕੰਟੇਨਸ 3164.7 ਮਿਲੀਅਨ ਨਿਊਕਲੀਓਟਾਈਡ ਬੇਸਿਸ। ਜਿਹੜਾ ਆਪਣਾ ਜੀਨੋਮ ਦਾ ਸਾਈਜ਼ ਹੈ, ਲੈਂਥ ਹੈ ਉਹਦੀ, ਉਹ ਕਿੰਨੀ ਹੈ? 316.7 ਮਿਲੀਅਨ ਨਿਊਕਲੀਓਟਾਈਡ ਬੇਸਿਸ। ਹਰ ਇੱਕ ਐਵਰੇਜ ਜੀਨ ਦੇ ਕੋਲ 3000 ਬੇਸਿਸ ਹੁੰਦੇ ਨੇ। ਸਭ ਤੋਂ ਲਾਰਜੈਸਟ ਜੀਨ ਜਿਹੜੀ ਹੈਗੀ ਆਪਣੇ ਕੋਲ ਡਿਸਟ੍ਰੋਫਿਨ ਜੀਨ ਹੈ, ਜਿਹੜੀ ਆਪਣੀ ਮਸਲਸ ਦੇ ਵਿੱਚ ਹੁੰਦੀ ਹੈ, ਉਹਦੇ ਵਿੱਚ 2.4 ਮਿਲੀਅਨ ਬੇਸਿਸ ਨੇ। ਇਟ ਇਜ਼ ਦ ਲਾਰਜੈਸਟ ਜੀਨ। ਟੋਟਲ ਨੰਬਰ ਆਫ ਜੀਨਸ ਕਿੰਨੀਆਂ ਨੇ? 30,000, ਜੋ ਕਿ ਆਪਣਾ ਪੁਰਾਣਾ ਐਸਟੀਮੇਟ ਸੀਗਾ ਕਿ 80,000 ਜੀਨਸ ਨੇ, ਡੈਟ ਵਾਜ਼ ਅ ਵੈਰੀ ਰੋਂਗ ਐਸਟੀਮੇਟ। ਹੁਣ ਆਪਣੇ ਕੋਲ ਟੋਟਲ ਜੀਨਸ ਕਿੰਨੀਆਂ ਰਿਕਾਰਡਡ ਨੇ? 30,000, ਜਿਹਦੇ ਵਿੱਚੋਂ ਆਪਾਂ ਨੂੰ ਸਿਰਫ 50% ਜੀਨ ਦਾ ਫੰਕਸ਼ਨ ਪਤਾ ਹੈ ਔਰ 50% ਜੀਨਸ ਦਾ ਫੰਕਸ਼ਨ ਹਾਲੇ ਤੱਕ ਆਪਾਂ ਨੂੰ ਅਨਨੋਨ ਹੈ। ਉਹਦੇ ਵਿੱਚੋਂ ਵੀ ਆਪਾਂ ਨੂੰ ਸਿਰਫ ਇਹ ਪਤਾ ਹੈ ਕਿ ਲੈਸ ਦੈਨ 2% ਆਫ ਦਾ ਜੀਨੋਮ ਕੋਡਸ ਫॉर ਪ੍ਰੋਟੀਨ, ਮਤਲਬ 2% ਤੋਂ ਵੀ ਘੱਟ ਜੀਨਸ ਨੇ ਜਿਹੜੀਆਂ ਪ੍ਰੋਟੀਨਸ ਬਣਾਉਂਦੀਆਂ ਨੇ। ਰਿਪੀਟਿਡ ਸੀਕੁਐਂਸਿਸ ਮੇਕ ਅਪ ਓਵਰ ਅ ਲਾਰਜ ਪੋਰਸ਼ਨ ਆਫ ਦਾ ਹਿਊਮਨ ਜੀਨੋਮ। ਜਿਹੜਾ ਹਿਊਮਨ ਜੀਨੋਮ ਹੈ ਉਹਨੂੰ ਬਣਾਉਣ ਦੇ ਲਈ ਰੈਪੀਟੀਸ਼ਨਸ ਨੇ। ਆਪਾਂ ਨੂੰ ਪਤਾ ਹੈ ਕਿ ਨਾਈਟ੍ਰੋਜਨ ਬੇਸਿਸ 4 ਹੀ ਨੇ, AGTC, ਡੈਟਸ ਵਾਈ ਦੇ ਕੀਪਸ ਔਨ ਰਿਪੀਟਿਡ ਇਨ ਅ ਸੀਕੁਐਂਸ। ਉਹ ਇੱਕ ਸੀਕੁਐਂਸ ਦੇ ਵਿੱਚ ਰਿਪੀਟ ਹੋਈ ਜਾ ਰਹੇ ਨੇ, ਹੋਈ ਜਾ ਰਹੇ ਨੇ, ਹੋਈ ਜਾ ਰਹੇ ਨੇ। ਤਾਂ ਆਪਣੇ ਜੀਨੋਮ ਦੇ ਵਿੱਚ ਜ਼ਿਆਦਾਤਰ ਜਿਹੜੇ ਸੀਕੁਐਂਸਿਸ ਨੇ ਉਹ ਕਿਆ ਨੇ? ਹਰ ਇੱਕ ਦੇ ਵਿੱਚ ਰਿਪੀਟਿਡ ਹੁੰਦੇ ਨੇ। ਕ੍ਰੋਮੋਸੋਮ 1 ਦੇ ਕੋਲ ਸਭ ਤੋਂ ਜ਼ਿਆਦਾ ਜੀਨਸ ਨੇ, ਡੈਟ ਇਜ਼ 2968, ਐਂਡ ਵਾਈ ਕ੍ਰੋਮੋਸੋਮ ਜਿਹੜਾ ਕਿ ਸਭ ਤੋਂ ਛੋਟਾ ਹੈ ਉਹਦੇ ਕੋਲ ਸਭ ਤੋਂ ਘੱਟ ਜੀਨਸ ਨੇ, ਡੈਟ ਇਜ਼ 231 ਓਨਲੀ। ਹਾਂਜੀ, ਨੈਕਸਟ ਇਜ਼ ਇਸ਼ੂਜ਼ ਆਫ ਕੰਸਰਨ। ਕਿਹੜੇ ਕਿਹੜੇ ਇਸ਼ੂ HGP ਜਾਂ ਹਿਊਮਨ ਜੀਨੋਮ ਪ੍ਰੋਜੈਕਟ ਕੰਸੀਡਰ ਕਰਦਾ ਪਿਆ? The issues are mainly ethical, legal and social। ਜਿਹੜੇ ਕਿ 1990
ਦੇ ਵਿੱਚ ਇਸ ਦਾ ਇੱਕ ਪਾਰਟ ਬਣਾ ਦਿੱਤਾ ਗਿਆ। ਇਸ਼ੂਜ਼ ਨੂੰ ਆਪਾਂ ਨੇ ਹਿਊਮਨ ਜੀਨੋਮ ਪ੍ਰੋਜੈਕਟ ਦਾ ਪਾਰਟ ਬਣਾਇਆ ਸੀਗਾ। ਇਹਦੇ ਮੇਨ ਏਮ ਕਿਆ ਸੀਗੇ ਕਿ ਜਿਹੜੀ ਵੀ ਆਪਣੇ ਕੋਲ ਰਿਸਰਚ ਚੱਲਦੀ ਪਈ ਹੈ ਹਿਊਮਨ ਜੀਨੋਮ ਨੂੰ ਲੈ ਕੇ, ਉਹਦੇ ਵਿੱਚ ਕੋਈ ਵੀ ਇੰਡੀਵਿਜੂਅਲ, ਫੈਮਿਲੀ ਜਾਂ ਸੁਸਾਇਟੀ ਇਫੈਕਟ ਨਹੀਂ ਹੋਣੀ ਚਾਹੀਦੀ ਹੈਗੀ, ਰਾਈਟ। ਤਾਂ ਮੇਨ ਫੋਕਸ ਆਪਾਂ ਕਿਹਦੇ ਵਿੱਚ ਕੀਤਾ ਸੀ, ਇਸ ਪ੍ਰੋਗਰਾਮ ਨੇ ਮੇਨ ਫੋਕਸ ਕਿਤੇ ਕੀਤਾ ਸੀਗਾ, ਪ੍ਰਾਈਵੇਸੀ ਐਂਡ ਫੇਅਰਨੈਸ ਇਨ ਦਾ ਯੂਜ਼ ਆਫ ਦਾ ਜੈਨੇਟਿਕ ਇਨਫੋਰਮੇਸ਼ਨ। ਜਿਹੜੀ ਵੀ ਆਪਣੇ ਕੋਲ ਜੈਨੇਟਿਕ ਇਨਫੋਰਮੇਸ਼ਨ ਆਪਾਂ ਕਲੈਕਟ ਕਰ ਰਹੇ ਹਾਂ, ਸੀਕੁਐਂਸਿਸ ਤਿਆਰ ਕਰ ਰਹੇ ਸੀਗੇ, ਉਹਨੂੰ ਆਪਾਂ ਨੇ ਬਹੁਤ ਹੀ ਫੇਅਰ ਤਰੀਕੇ ਨਾਲ ਯੂਜ਼ ਕਰਨਾ, ਮੀਨਸ ਉਹਦਾ ਕਦੇ ਵੀ ਮਿਸਯੂਜ਼ ਨਹੀਂ ਕਰਨਾ। ਦੈਨ ਇੰਟੈਗਰੇਸ਼ਨ ਆਫ ਦ ਨਿਊ ਜੈਨੇਟਿਕ ਟੈਕਨੋਲੋਜੀ ਸਚ ਐ ਜੈਨੇਟਿਕ ਟੈਸਟਿੰਗ ਇਨਟੂ ਪ੍ਰੈਕਟਿਸ ਆਫ ਕਲੀਨਿਕਲ ਮੈਡੀਸਨ। ਜਿੱਥੇ ਤੱਕ ਹੋ ਸਕਦਾ ਆਪਾਂ ਨੇ ਮੈਡੀਸਿਨਸ ਬਣਾਉਣ ਦੇ ਲਈ, ਆਪਾਂ ਨੇ ਟਰੀਟਮੈਂਟ ਦੇ ਲਈ, ਡਿਜ਼ੀਜ਼ਿਜ਼ ਨੂੰ ਟਰੀਟ ਕਰਨ ਦੇ ਲਈ ਇਸ ਟੈਕਨੋਲੋਜੀ ਨੂੰ ਇੰਟੀਗ੍ਰੇਟ ਕਰਨਾ ਹੈ, ਉਹਦੇ ਨਾਲ ਜੋੜਨਾ ਹੈ ਅਤੇ ਆਪਾਂ ਨੇ ਯੂਜ਼ ਕਰਨਾ ਹੈ। Ethical issues surrounding the design and conduct of the genetic research with people, including the process of informed consent। ਇਹ ਆਪਣੇ ਇੱਥੇ ਐਥੀਕਲ ਵੈਲਿਊਜ਼ ਆ ਜਾਂਦੀਆਂ ਨੇ। ਮਤਲਬ ਅਗਰ ਆਪਣੇ ਕਿਸੇ ਪਰਸਨ ਨੂੰ ਕੋਈ ਜੈਨੇਟਿਕ ਪ੍ਰੋਬਲਮ ਹੈ ਔਰ ਉਹਦੇ ਉੱਪਰ ਆਪਾਂ ਰਿਸਰਚ ਕਰਨਾ ਚਾਹੁੰਦੇ ਹਾਂ, ਉਹਦੀ ਸਿਕੁਐਂਸਿੰਗ ਆਪਾਂ ਨੋਟ ਡਾਊਨ ਕਰਨਾ ਚਾਹੁੰਦੇ ਹਾਂ, ਉਹਦਾ ਹਿਊਮਨ ਜੀਨੋਮ ਪ੍ਰੋਜੈਕਟ ਕੱਢਣਾ ਚਾਹੁੰਦੇ ਹਾਂ, ਤਾਂ ਆਪਾਂ ਨੂੰ ਉਹਦਾ ਕੰਸੈਂਟ ਲੈਣਾ ਪਏਗਾ। ਅਦਰਵਾਈਜ਼ ਆਪਾਂ ਕਿਸੇ ਵੀ ਅਨਨੋਨ ਪਰਸਨ ਦਾ, ਕਿਸੇ ਵੀ ਉਹ ਤੋਂ ਚੋਰੀ ਛੁਪੇ ਆਪਾਂ ਉਹਦੇ ਉੱਪਰ ਇਹ ਰਿਸਰਚ ਫੋਲੋ ਨਹੀਂ ਕਰ ਸਕਦੇ। ਇਸ ਤੋਂ ਇਲਾਵਾ ਇਸ ਪ੍ਰੋਗਰਾਮ ਨੂੰ ਆਪਾਂ ਨੇ ਹੈਲਥ ਕੇਅਰ ਪ੍ਰੋਫੈਸ਼ਨਲ ਦੇ ਨਾਲ ਜੋੜਨਾ, ਪਾਲਿਸੀ ਮੇਕਰ, ਸਟੂਡੈਂਟਸ ਦਾ ਪਬਲਿਕ ਦੇ ਨਾਲ ਜੋੜਨਾ, ਤਾਂ ਕਿ ਉਹਨਾਂ ਨੂੰ ਵੀ ਜੀਨੋਮਿਕ ਰਿਸਰਚ ਬਾਰੇ ਕੁਝ ਪਤਾ ਲੱਗੇ, ਆਈਡੀਆ ਹੋਵੇ। ਮੀਨਸ ਲੋਕਾਂ ਨੂੰ ਇਸ ਚੀਜ਼ ਦੇ ਬਾਰੇ ਆਪਾਂ ਨੇ ਪੂਰੀ ਤਰ੍ਹਾਂ ਨਾਲ ਅਵੇਅਰ ਕਰਨਾ। ਦੈਨ ਐਪਲੀਕੇਸ਼ਨਸ, ਇਸ ਦੀਆਂ ਬਹੁਤ ਸਾਰੀਆਂ ਐਪਲੀਕੇਸ਼ਨਸ ਨੇ। ਫਸਟ ਆਫ ਆਲ, ਇਨਫੋਰਮੇਸ਼ਨ ਗੇਨਡ ਫਰੋਮ HGP ਹੈਜ਼ ਆਲਰੇਡੀ ਫਿਊਲਡ ਮੈਨੀ ਪੋਜ਼ੀਟਿਵ ਡਿਸਕਵਰੀਜ਼ ਇਨ ਹੈਲਥ ਕੇਅਰ। ਸਭ ਤੋਂ ਜਿਹੜੀ ਮੇਜਰ ਇਹਦੀ ਐਪਲੀਕੇਸ਼ਨ ਹੈ ਉਹ ਆਪਣੇ ਹੈਲਥ ਕੇਅਰ ਪ੍ਰੋਗਰਾਮ ਦੇ ਵਿੱਚ ਆਉਂਦੀ ਹੈ। ਆਪਾਂ ਨੇ ਜੀਨਸ ਦੀ ਕਲੋਨਿੰਗ ਕਰਨੀ ਹੈ, ਆਪਾਂ ਨੂੰ ਪਤਾ ਹੋਣਾ ਚਾਹੀਦਾ ਵੀ ਕਿਹੜੀਆਂ ਜੀਨਸ ਜੈਨੇਟਿਕ ਡਿਸਆਰਡਰਸ ਕਾਜ਼ ਕਰ ਸਕਦੀਆਂ ਨੇ, ਉਹਨਾਂ ਵਾਸਤੇ ਉਹ ਰਿਸਪੋਂਸੀਬਲ ਨੇ, ਉਹਨਾਂ ਦੀ ਆਪਾਂ ਕਲੋਨਿੰਗ ਕਰਕੇ, ਉਹਨਾਂ ਦੀ ਸਿਕੁਐਂਸਿੰਗ ਕਰਕੇ ਵੀ ਕੈਨ ਕਿਓਰ ਆਊਟ ਦੋਜ਼ ਡਿਸਆਰਡਰਸ। If other disease-related genes are isolated, scientists can begin to understand the structure and pathology of other disorders such as heart disease, cancer and diabetes। ਅਗਰ ਆਪਾਂ ਨੂੰ ਇਹਨਾਂ ਦਾ ਵੀ ਕੋਈ genes related issues ਪਤਾ ਲੱਗ ਜਾਂਦੇ ਨੇ, then we can surely cure all these diseases। Next is ਆਪਾਂ ਨੇ ਜ਼ਿਆਦਾ ਕੰਸਨਟਰੇਟ ਕਰਨਾ ਹੈ ਕਾਜ਼ਿਜ਼ ਆਫ ਡਿਜ਼ੀਜ਼ਿਸ 'ਤੇ। ਕਾਰਨ ਕੀ ਹੈ? ਅਗਰ ਆਪਾਂ ਕਾਰਨ ਨੂੰ ਹੀ ਖਤਮ ਕਰ ਦਾਂਗੇ ਤਾਂ ਸ਼ਾਇਦ ਆਪਾਂ ਨੂੰ ਇਲਾਜ ਹੀ ਨਾ ਕਰਨਾ ਪਵੇ, ਠੀਕ ਹੈ, ਕਿਉਂਕਿ ਬਿਮਾਰੀ ਹੋਣ ਤੋਂ ਬਾਅਦ ਹੀ ਆਪਾਂ ਇਲਾਜ ਕਰਦੇ ਹਾਂ। ਬਟ ਅਗਰ ਆਪਾਂ ਬਿਮਾਰੀ ਹੋਣ ਹੀ ਨਹੀਂ ਦੇਵਾਂਗੇ ਤਾਂ ਆਪਣਾ ਅੱਗੇ ਵਾਲਾ ਜਿਹੜਾ ਪ੍ਰੋਸੈਸ ਹੈ ਉਹ ਸਾਰਾ ਦੀ ਸਾਰੀ ਜਿਹੜੀ ਐਨਰਜੀ ਹੈ ਉਹ ਆਪਾਂ ਪਹਿਲਾਂ ਹੀ ਕੰਜ਼ਿਊਮ ਕਰ ਚੁੱਕੇ ਹੋਵਾਂਗੇ। ਤਾਂ ਜੈਨੇਟਿਕ ਸਕਰੀਨਿੰਗ ਵਿਲ ਐਨੇਬਲ ਰੈਪਿਡ ਐਂਡ ਸਾਇੰਟੀਫਿਕ ਡਾਇਗਨੋਸਟਿਕ ਟੈਸਟ ਮੇਕਿੰਗ ਇਟ ਪੋਸੀਬਲ ਟੂ ਟਰੀਟ ਕਾਊਂਟਲੈਸ ਮੈਲਡੀਜ਼। ਤਾਂ ਆਪਾਂ ਨੇ ਜੈਨੇਟਿਕ ਸਕਰੀਨਿੰਗ ਕਰਨੀ ਹੈ, ਤਾਂ ਆਪਾਂ ਨੂੰ ਪਤਾ ਹੋਣਾ ਚਾਹੀਦਾ ਹੈ ਵੀ ਕਿਹੜਾ ਪੈਥੋਜਨ ਕਿਆ ਡਿਜ਼ੀਜ਼ ਕਾਜ਼ ਕਰ ਸਕਦਾ ਹੈ, ਕਿਸ ਹੱਦ ਤੱਕ ਜਾ ਕੇ ਉਹ ਪ੍ਰੋਬਲਮੈਟਿਕ ਹੋ ਸਕਦਾ ਹੈ ਪੇਸ਼ੈਂਟ ਨੂੰ, ਤਾਂ ਉਹਦੀ ਆਪਾਂ ਨੇ ਪਹਿਲਾਂ ਹੀ ਟਰੀਟਮੈਂਟ ਕਰਨੀ ਹੈ। ਉਹਦੇ ਲਈ ਆਪਾਂ ਨੂੰ ਉਸਦਾ ਵੀ ਜੀਨੋਮ ਪ੍ਰੋਜੈਕਟ ਸੀਕੁਐਂਸਿੰਗ ਤਿਆਰ ਕਰਨੀ ਪਏਗੀ। ਹਾਂਜੀ, ਇਸ ਤੋਂ ਇਲਾਵਾ ਜਿਹੜੇ ਬੈਕਟੀਰੀਆ ਐਕਸਟ੍ਰੀਮ ਕੰਡੀਸ਼ਨਸ ਦੇ ਵਿੱਚ ਰਹਿੰਦੇ ਨੇ ਉਹਨਾਂ ਦੇ ਲਈ ਆਪਾਂ ਨੇ ਸੀਕੁਐਂਸਿੰਗ ਕਰਨੀ ਸ਼ੁਰੂ ਕਰ ਦਿੱਤੀ ਹੈ, ਤਾਂ ਕਿ ਉਹਨਾਂ ਨੂੰ ਆਪਾਂ ਐਨਰਜੀ ਪ੍ਰੋਡਕਸ਼ਨ ਦੇ ਲਈ, ਐਨਵਾਇਰਮੈਂਟਲ ਰੈਮੀਡੀਏਸ਼ਨ ਦੇ ਲਈ, ਟੌਕਸਿਕ ਵੇਸਟ ਨੂੰ ਰਿਡਿਊਸ ਕਰਨ ਦੇ ਲਈ ਔਰ ਇੰਡਸਟਰੀਅਲ ਪ੍ਰੋਸੈਸਿੰਗ ਨੂੰ ਚਲਾਉਣ ਦੇ ਲਈ ਆਪਾਂ ਯੂਜ਼ ਕਰ ਸਕੀਏ। Then biotechnology strengthened by the HGP will be important in improving the use of the fossil based resources। ਹਾਂਜੀ, ਆਪਾਂ ਬਾਇਓਟੈਕਨੋਲੋਜੀ ਨੂੰ ਹੋਰ ਸਟਰੋਂਗ ਕਰਨਾ ਹੈ HGP ਦੇ ਨਾਲ, ਤਾਂ ਕਿ ਇਹਦੇ ਨਾਲ ਆਪਾਂ ਹੋਰ ਰਿਸੋਰਸਿਸ ਨੂੰ ਅੱਗੇ ਵਧਾ ਸਕੀਏ। ਕਿਉਂਕਿ ਆਪਾਂ ਨੂੰ ਪਤਾ ਕਿ ਜਿਹੜੇ ਰਿਸੋਰਸਿਸ ਨੇ ਉਹ ਇੱਕ ਕੰਟਰੀ ਦੀ ਬੈਕਬੋਨ ਹੈ। ਜਿੰਨੇ ਜ਼ਿਆਦਾ ਉਹਦੇ ਕੋਲ ਰਿਸੋਰਸਿਸ ਹੋਣਗੇ ਉਨੀ ਉਹ ਕੰਟਰੀ ਬਹੁਤ ਜ਼ਿਆਦਾ ਵਧੀਆ ਮੰਨੀ ਜਾਊਗੀ, ਫਲਰਿਸ਼ ਮੰਨੀ ਜਾਊਗੀ। ਸੋ ਵੀ ਹੈਵ ਟੂ ਸਟਰੈਂਥਨ ਦ ਬਾਇਓਟੈਕਨੋਲੋਜੀ ਇਨ ਅ ਕੰਟਰੀ। ਅਗਰ ਵੈਸਟਰਨ ਕੰਟਰੀਜ਼ ਦੇ ਕਰ ਰਹੀਆਂ ਨੇ ਤਾਂ ਆਪਾਂ ਨੂੰ ਲੋੜ ਹੈ ਕਿ ਗਲੋਬਲੀ ਉਹ ਸਾਰੀ ਇਨਫੋਰਮੇਸ਼ਨ ਹਰ ਇੱਕ ਕੰਟਰੀ ਤੱਕ ਪਹੁੰਚਾਈ ਜਾਵੇ ਔਰ ਉਹਨੂੰ ਆਪਾਂ ਆਪਣੇ ਰਿਸਰਚ ਲੈਵਲ 'ਤੇ ਹਰ ਇੱਕ ਕੰਟਰੀ ਯੂਜ਼ ਕਰੇ, ਸੋ ਡੈਟ ਵੀ ਕੈਨ ਬੀ ਵੈਲ ਸਸਟੇਨਡ। ਆਪਾਂ ਡਿਵੈਲਪਮੈਂਟ ਕਰੀਏ ਇੱਕ ਸਸਟੇਨੇਬਲ ਮੈਨਰ ਦੇ ਨਾਲ। ਇਸ ਤੋਂ ਇਲਾਵਾ ਆਪਾਂ ਕਮਰਸ਼ੀਅਲ ਡਿਵੈਲਪਮੈਂਟ ਦੇ ਲਈ, ਜਿਵੇਂ ਕਿ US ਯੂਜ਼ ਕਰ ਰਿਹਾ ਹੈ, ਤਾਂ ਆਪਾਂ ਕਮਰਸ਼ੀਅਲ ਡਿਵੈਲਪਮੈਂਟ ਦੇ ਵੀ ਇਸ ਨੂੰ ਯੂਜ਼ ਕਰ ਸਕਦੇ ਹਾਂ। ਨਾਓ ਫਿਊਚਰ ਚੈਲੰਜਿਸ ਵਟ ਵੀ ਸਟਿਲ ਡੋਂਟ ਨੋ।
ਜੋ ਆਪਾਂ ਨੇ ਅੱਗੇ ਇਸ ਪ੍ਰੋਜੈਕਟ ਤੋਂ ਪਤਾ ਲਗਾਉਣਾ ਹੈ, ਜੋ ਆਪਾਂ ਨੂੰ ਹਲੇ ਨਹੀਂ ਪਤਾ। ਜੀਨ ਲੋਕੇਸ਼ਨ ਐਂਡ ਐਗਜ਼ੈਕਟ ਲੋਕੇਸ਼ਨ, ਜੀਨ ਦੀ ਐਗਜ਼ੈਕਟ ਲੋਕੇਸ਼ਨ ਕ੍ਰੋਮੋਜ਼ੋਮ ਦੇ ਉੱਪਰ ਕਿਆ ਹੈ। ਜੀਨ ਰੈਗੂਲੇਸ਼ਨ, ਨੋਨ ਕੋਡਿੰਗ ਡੀਐਨਏ ਟਾਈਪਸ, ਅਮਾਊਂਟ, ਡਿਸਟਰੀਬਿਊਸ਼ਨ, ਜਿਹੜਾ ਡੀਐਨਏ ਕੋਡ ਨਹੀਂ ਕਰ ਰਿਹਾ, ਆਰਐਨਏ ਨਹੀਂ ਬਣਾ ਰਿਹਾ, ਉਹਦੀ ਟਾਈਪ ਕੀ ਹੈ, ਕਿੰਨਾ ਅਮਾਊਂਟ ਉਹ ਡੀਐਨਏ ਦਾ ਹੈਗਾ ਏ, ਉਹਦੀ ਡਿਸਟਰੀਬਿਊਸ਼ਨ ਕੀ ਹੈ, ਕਿੱਥੇ ਕਿੱਥੇ ਉਹ ਡੀਐਨਏ ਹੈ ਜਾਂ ਪਿਆ ਏ, ਐਂਡ ਉਹਦੇ ਫੰਕਸ਼ਨਸ ਕੀ ਨੇ। ਜੇ ਉਹ ਨੋਨ ਕੋਡਿੰਗ ਨਹੀਂ ਕਰ ਰਿਹਾ, ਮਤਲਬ ਨੋਨ ਕੋਡਿੰਗ ਹੈ ਬਾਈ ਨੇਚਰ, ਤਾਂ ਉਹ ਹੋਰ ਕੀ ਕੰਮ ਕਰ ਸਕਦਾ ਹੈ। ਕੋਆਰਡੀਨੇਸ਼ਨ ਆਫ ਜੀਨ ਐਕਸਪ੍ਰੈਸ਼ਨ, ਜੀਨ ਨੂੰ ਐਕਸਪ੍ਰੈਸ ਕਰਨ ਦੇ ਵਿੱਚ ਕੌਣ ਕੋਆਰਡੀਨੇਟ ਕਰ ਰਿਹਾ, ਜੀਨਸ ਇੱਕ ਦੂਜੇ ਨੂੰ ਕੋਆਰਡੀਨੇਟ ਕਰਦੀਆਂ ਪਈਆਂ ਨੇ, ਤਾਂ ਕਿਹੜੀ ਜੀਨ ਕਿਹਨੂੰ ਕੋਆਰਡੀਨੇਟ ਕਰਦੀ ਪਈ ਹੈ, ਉਹ ਹਾਲੇ ਤੱਕ ਆਪਾਂ ਨੂੰ ਡਿਟੇਲ ਦੇ ਵਿੱਚ ਨਹੀਂ ਪਤਾ। ਐਵੋਲੂਸ਼ਨਰੀ ਕੰਜ਼ਰਵੇਸ਼ਨ ਅਮੰਗ ਫੰਕਸ਼ਨ, ਹਾਂਜੀ ਆਪਾਂ ਨੂੰ ਐਵੋਲੂਸ਼ਨਰੀ ਹਿਸਟਰੀ ਟਰੇਸ ਕਰਨ ਦੇ ਲਈ, ਆਪਾਂ ਨੂੰ ਐਵੋਲੂਸ਼ਨ ਨੂੰ ਕੰਜ਼ਰਵ ਕਰਨ ਦੇ ਲਈ HGP ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਫਿਰ ਡਿਜ਼ੀਜ਼ਿਸ ਸਸਪੈਕਟੇਬਿਲਿਟੀ ਪ੍ਰੈਡਿਕਸ਼ਨ, ਡਿਜ਼ੀਜ਼ਿਸ ਨੂੰ ਆਪਾਂ ਸਸਪੈਕਟ ਕਰ ਸਕਦੇ, ਇਹਨਾਂ ਦਾ ਪਤਾ ਲਗਾ ਸਕਦੇ ਹਾਂ, ਰਾਈਟ। ਦੈਨ ਮਲਟੀ ਜੀਨ ਜੀਨੋਮਿਕਸ, ਕੰਪਲੈਕਸ ਟ੍ਰੇਟਸ, यानी कि स्टडी ऑफ द एंटायरिटी ऑफ एन ऑर्गेनिजम्स जीन, उस ऑर्गेनिजम्स ਦੀਆਂ ਸਾਰੀਆਂ ਜੀਨਸ ਦੀ ਸਟੱਡੀ ਕਰਨਾ, ਉਹਦੇ ਵਿੱਚ ਜਿੰਨੇ ਵੀ ਕੰਪਲੈਕਸ ਟ੍ਰੇਟਸ ਨੇ, ਉਹਦੇ ਵਿੱਚ ਕੋਈ ਪ੍ਰੋਬਲਮ ਹੈ, ਕੋਈ ਵਧੀਆ ਟ੍ਰੇਟ ਹੈਗਾ ਹੈ ਆਰਗੇਨਿਜ਼ਮ ਦੇ ਵਿੱਚ, ਉਹਦੀ ਸਿਕੁਐਂਸਿੰਗ ਕਰਕੇ ਹੀ ਆਪਾਂ ਨੂੰ ਪਤਾ ਲੱਗ ਸਕਦਾ ਹੈ, ਰਾਈਟ। ਹੁਣ ਤਾਂ ਆਪਾਂ ਨੇ ਸਿਰਫ ਇੱਕ ਹਿਊਮਨ ਦੀ ਸਿਕੁਐਂਸਿੰਗ ਕੀਤੀ ਹੋਈ ਹੈ, ਰਾਈਟ, ਬਟ ਆਪਾਂ ਨੂੰ ਲੋੜ ਹੈ ਕਿ ਅਗਰ ਆਪਾਂ ਇੱਕ ਆਰਗੇਨਿਜ਼ਮ ਦੀ ਸਿਕੁਐਂਸਿੰਗ ਕਰਾਂਗੇ, ਜਿਹਨੂੰ ਆਪਾਂ ਜੀਨੋਮਿਕਸ ਕਹਿ ਦਿੰਦੇ ਹਾਂ, ਤਾਂ ਉਹਦੇ ਵਿੱਚ ਆਪਾਂ ਪਤਾ ਲਗਾ ਸਕਦੇ ਹਾਂ ਕਿ ਹਰ ਇੱਕ ਇੰਡੀਵਿਜੂਅਲ ਦੇ ਵਿੱਚ ਕਿਆ ਡਿਫਰੈਂਸ ਹੈ ਜੈਨੇਟਿਕ ਲੈਵਲ 'ਤੇ, ਉਹ ਕਿਵੇਂ ਇੱਕ ਅਲੱਗ ਹੈ, ਕਿਹੜਾ ਸੀਕੁਐਂਸ ਹੈ ਜਿਹੜਾ ਉਹਨਾਂ ਨੂੰ ਅਲੱਗ ਕਰ ਰਿਹਾ ਹੈ, ਕਿਸੇ ਨੂੰ ਜ਼ਿਆਦਾ ਬੈਟਰ ਹੈ, ਕੋਈ ਜ਼ਿਆਦਾ ਥੋੜ੍ਹਾ ਜਿਹਾ ਉਹ ਤੋਂ ਬੈਟਰ ਨਹੀਂ ਹੈਗਾ, ਤਾਂ ਕਿਆ ਮਤਲਬ ਉਹਨਾਂ 'ਚ ਡਿਫਰੈਂਸਿਸ ਨੇ ਆਰਗੇਨਿਜ਼ਮ ਟੂ ਆਰਗੇਨਿਜ਼ਮ। ਤਾਂ ਇਹ ਆਪਾਂ ਸਾਰਾ ਕੁਝ ਆਪਣੇ ਲਈ ਹਲੇ ਇੱਕ ਫਿਊਚਰ ਚੈਲੰਜ ਹੈ। Thank you so much. I hope you will enjoy the video.